ਹੁਣ ਜੇ ਤੁਹਾਡੀ ਵੋਟ ਲੈਣੀ ਹੋਵੇ, ਬਾਦਲ ਤੇ ਕੈਪਟਨ ਕਹਿ ਦਿੰਦੇ ਆ ਤੁਹਾਨੂੰ ਆਟਾ ਤੇ ਦਾਲ ਦਵਾਂਗੇ। ਕਿੱਥੇ ਆਟਾ ਤੇ ਦਾਲ ਤੇ ਕਿੱਥੇ ਜ਼ਮੀਨਾਂ? ਸਾਡੀ ਪਾਰਟੀ ਦਾ ਮੁੱਦਾ ਹਮੇਸ਼ਾ ਇਲੈਕਸ਼ਨਾਂ 'ਚ ਖਾਲਿਸਤਾਨ ਹੁੰਦਾ ਹੈ। ਜੇ ਤੁਸੀਂ ਸਾਡੀ ਇਮਦਾਦ ਕਰ ਦੋਗੇ ਤੇ ਸਿੱਖ ਕੌਮ ਆਪਣੀ ਵੋਟ ਸਾਡੀ ਪਾਰਟੀ ਨੂੰ ਖਾਲਿਸਤਾਨ ਦੇ ਮੁੱਦੇ ਤੇ ਪਾ ਦੇਣਗੇ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਜੂਗਾ ਕਿ ਸਿੱਖ ਕੀ ਚਾਹੁੰਦੇ ਐ, ਕੀ ਨਹੀਂ ਚਾਹੁੰਦੇ। ਕੇਜਰੀਵਾਲ ਸਰੋਪੇ ਤੋਂ ਪਹਿਲਾਂ ਕੀ ਕਹਿੰਦਾ ਸੀ ਕਿ ਜੇ ਮੈਂ ਦਿੱਲੀ ਦੇ ਵਿੱਚ ਜਿੱਤ ਗਿਆ ਤਾਂ ਨਿਰੰਕਾਰੀ ਬਚਨੇ ਦਾ ਮੈਂ ਬੁੱਤ ਬਣਾਵਾਂਗਾ। ਹੁਣ ਜਿਹੜਾ ਬੁੱਤ ਬਣਾ ਰਿਹਾ ਹੈ, ਜਿੰਨੇ ਬੱਬਰ ਤੇ ਸਿੱਖ ਸ਼ਹੀਦ ਕੀਤੇ ਗਏ, ਉਸ ਨੂੰ ਮਤਲਬ ਕੀ ਸੀ ਕਿ ਕੀਰਤਨੀਏ ਜਥੇਦਾਰ ਆਰਪੀ ਸਿੰਘ ਨੂੰ ਜਾ ਕੇ ਸਰੋਪਾ ਪਾ ਦਿੰਦਾ। ਕੀ ਸਾਨੂੰ ਸਿੱਖਾਂ ਨੂੰ ਅਕਲ ਹੈ? ਕਿੱਥੇ ਹੈ ਸਾਡੀ ਅਕਲ? ਬਰਗਾੜੀ ਦੇ ਮਸਲੇ ਹੋਏ, ਫਿਰ ਆਪਾਂ ਉਸੇ ਰਾਹ ਚੱਲੀ ਜਾਂਦੇ ਹਾਂ। ਫਿਰ ਦੱਸੋ, ਮੇਰਾ ਅੰਮ੍ਰਿਤਸਰ ਤਰਨਤਾਰਨ ਦਾ MP ਬਣਨਾ, ਉਹਦਾ ਜਿਹੜਾ ਤਜਰਬਾ ਦੱਸਿਆ ਹੈ ਉਹ ਠੀਕ ਹੈ ਕਿ ਨਹੀਂ ਹੈ? ਮਿਸ ਜਗੀਰ ਕੌਰ ਜੀ ਕੀ ਕਹਿੰਦੇ? ਉਹ ਝੰਡਾ ਤਾਂ ਚੜ੍ਹਿਆ ਕਿਉਂ ਕਰਕੇ ਸਰਕਾਰ ਦਾ ਇੰਤਜ਼ਾਮ ਹੈ ਨਹੀਂ ਸੀ। ਤੁਸੀਂ ਦੱਸੋ, ਉੱਥੇ ਦੀਪ ਸਿੰਘ ਸਿੱਧੂ ਵੀ ਸੀ, ਸਾਰੇ ਸੀ ਜਿਨ੍ਹਾਂ ਨੇ ਇਮਦਾਦ ਕੀਤੀ। ਉਹਨਾਂ ਦਾ ਨਾਂ ਨਹੀਂ, ਸਰਕਾਰ ਦਾ ਪੱਖ ਕਿ ਜੇ ਸਰਕਾਰ ਇੰਤਜ਼ਾਮ ਕਰਦੀ ਤੇ ਉੱਥੇ ਝੰਡਾ ਨਹੀਂ ਸੀ ਚੜ੍ਹ ਸਕਦਾ। ਪਟੇ ਤੇ ਲੈਂਦੇ ਸੀ ਤੁਮ ਪੈਰ ਨੇ ਆਪਣੇ ਰਾਜ ਦੇ ਵਿੱਚ ਜ਼ਮੀਨਾਂ ਤੁਹਾਡੇ ਸਾਰੇ ਜਿੰਨੇ ਵੀ ਇੱਥੇ ਹੈਗੇ ਆ ਉਹਨਾਂ ਦੇ ਨਾਂ ਲਾਤੇ। ਜੇ ਰਾਜ ਸੀ, ਹੁਣ ਜੇ ਤੁਹਾਡੀ ਵੋਟ ਲੈਣੀ ਹੋਵੇ, ਬਾਦਲ ਤੇ ਕੈਪਟਨ ਕਹਿ ਦਿੰਦੇ ਆ ਤੁਹਾਨੂੰ ਆਟਾ ਤੇ ਦਾਲ ਦਵਾਂਗੇ। ਕਿੱਥੇ ਆਟਾ ਤੇ ਦਾਲ ਤੇ ਕਿੱਥੇ ਜ਼ਮੀਨਾਂ? ਅਜੇ ਵੀ ਜਿਨ੍ਹਾਂ ਦੇ ਕੋਲੇ ਜ਼ਮੀਨਾਂ ਨਹੀਂ ਹੈ, ਆਟਾ ਨਹੀਂ ਹੈ, ਦਾਲ ਹੈ ਨਹੀਂ ਗੀ, ਇਹ ਉਦੋਂ ਹੀ ਪ੍ਰਾਪਤ ਹੋਣੀ ਹੈ ਜਦੋਂ ਤੁਹਾਡਾ ਮੁਲਕ ਖਾਲਿਸਤਾਨ ਬਣੂਗਾ। ਯਾਦ ਰੱਖਿਓ, ਜਿੰਨੇ ਮਰਜ਼ੀ ਵਾਅਦੇ ਕਰ ਲੈਣ, ਦਾਲ ਦੂਲ ਦੇ ਨਾਲ ਨਹੀਂ ਕੁਛ ਬਣਦਾ ਹੈਗਾ। ਖਾਸ ਕਰਕੇ ਬਾਦਲ ਸਾਹਿਬ ਜਦੋਂ ਰੱਜ ਕੇ ਮਾਂ ਤੇ ਛੋਲਿਆਂ ਦੀ ਰਾਤ ਨੂੰ ਦਾਲ ਖਾ ਲੈਂਦੇ ਆ, ਤੁਹਾਨੂੰ ਪਤਾ ਫਿਰ ਕੀ ਕਰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਆਪਣੇ ਹੱਥ ਦੇ ਵਿੱਚ ਹੈਗੀਆਂ, ਪਰ ਉਹਨਾਂ ਨੂੰ ਅਸੀਂ ਗਵਾ ਬੈਠੇ ਹਾਂ। 1925 ਦੇ ਵਿੱਚ ਏਸ਼ੀਆ ਦੇ ਵਿੱਚ ਸਭ ਤੋਂ ਪਹਿਲੀ ਪਾਰਲੀਮੈਂਟ ਸਿੱਖਾਂ ਦੀ SGPC ਬਣੀ ਸੀ। ਉਹਦੇ ਇਲੈਕਸ਼ਨ 2011 ਦੇ ਵਿੱਚ ਹੋਏ ਸੀਗੇ। 5 ਸਾਲ ਮਿਆਦ ਹੈ ਇਲੈਕਸ਼ਨਾਂ ਦੀ SGPC ਦੇ। ਅੱਜ 10 ਸਾਲ ਹੋ ਗਏ ਹੈ, ਇਲੈਕਸ਼ਨ ਨਹੀਂ ਹੋਏ। ਕੀ ਅਸੀਂ ਜਮਹੂਰੀਅਤ ਦੇ ਵਿੱਚ ਨਹੀਂ ਵਿਸ਼ਵਾਸ ਕਰਦੇ? ਕਦੇ ਆਪਾਂ ਨੇ ਕੋਈ ਮਤੇ ਪਾਸ ਕੀਤੇ ਹੈ ਕਿ ਸਾਡਾ ਜਮਹੂਰੀਅਤ ਦਾ ਹੱਕ ਖੋਇਆ ਗਿਆ ਔਰ ਉਹ ਪੁਰਾਣੀ SGPC ਸਾਡੇ ਉੱਤੇ ਅਜੇ ਵੀ ਰਾਜ ਕਰੀ ਜਾਂਦੀ ਹੈ? ਔਰ ਰਾਜ ਕੈਸਾ ਕੀਤਾ? 328 ਮਹਾਰਾਜ ਦੇ ਸਰੂਪ ਇਸ SGPC ਨੇ ਗੁੰਮ ਕਰਤੇ ਹੈ। ਜਿਹੜੀ ਤਰਨਤਾਰਨ ਸਾਹਿਬ ਦੀ ਡਿਊਟੀ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੇ
ਕਬਰ ਨੌ ਨਿਹਾਲ ਸਿੰਘ ਨੇ ਅਸਾਰੀ ਸੀ, STPC ਨੇ ਬਾਬਾ ਜਗਤਾਰ ਸਿੰਘ ਦੇ ਨਾਲ ਰਲ ਕੇ ਉਸ ਨੂੰ ਤੈਸ਼ ਨੈਸ਼ ਕਰਤਾ। ਜਿਵੇਂ ਇੰਦਰਾ ਗਾਂਧੀ ਨੇ ਅਕਾਲ ਤਖਤ ਸਾਹਿਬ ਨੂੰ ਕੀਤਾ ਸੀ ਕਿ ਅਸੀਂ ਬੋਲੇ ਹਾਂ ਕਿ ਸਾਡਾ ਵਿਰਸਾ SCPC ਤੇ ਹਿੰਦ ਸਰਕਾਰ ਨੇ ਖਤਮ ਕਰਤਾ। ਕੀ ਸਰਕਾਰ ਦੀ ਡਿਊਟੀ ਨਹੀਂ ਸੀ ਕਿ ਉੱਥੇ ਕੇਸ ਦਰਜ ਕਰਦੇ, ਉਹਦੀ ਤਫਤੀਸ਼ ਹੁੰਦੀ ਤੇ ਜ਼ਿੰਮੇਵਾਰ SCPC ਦੇ ਬਾਬਾ ਜੀ ਨੂੰ ਬਣਾਉਂਦੇ? ਪਰ ਜਿੱਥੇ ਬਰਗਾੜੀ ਦੀ ਗੱਲ ਨਹੀਂ ਸੁਣੀ, ਉੱਥੇ ਹੁਣ ਸਾਡੀ ਇਤਿਹਾਸਕ ਡਿਊਟੀ ਦੀ ਗੱਲ ਕੌਣ ਸੁਣੂਗਾ? ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਅੱਜ ਜ਼ਰੂਰੀ ਕਰਨ ਦੇ ਉੱਤੇ ਬੈਠੇ ਹੈ। ਔਰ ਕਿੰਨੀ ਭੋਲੀ ਕੌਮ ਹੈ ਸਾਡੀ। ਸਿੱਖਸ ਫॉर ਜਸਟਿਸ ਜਿਹੜੀ ਇੱਕ ਜਥੇਬੰਦੀ ਅਮਰੀਕਾ 'ਚ ਹੈ, ਉਸ ਨੇ ਕਿਹਾ ਤੁਹਾਨੂੰ ਆਜ਼ਾਦੀ ਦਿਵਾਵਾਂਗੇ। 2020 ਦੇ ਵਿੱਚ 2020 ਦੇ ਵਿੱਚ ਰੈਫਰੈਂਡਮ ਕਰਾਵਾਂਗੇ ਤੇ ਤੁਹਾਨੂੰ ਆਜ਼ਾਦ ਕਰਾਵਾਂਗੇ। ਸਾਡੀ ਪਾਰਟੀ ਨੇ ਉਹਨਾਂ ਨੂੰ ਚਿੱਠੀ ਲਿਖ ਕੇ ਕਿਹਾ ਕਿ ਸਿਰਫ ਆਜ਼ਾਦ ਮੁਲਕ ਜਿਵੇਂ ਬਰਤਾਨੀਆ, ਉਸ ਨੇ 2 ਰੈਫਰੈਂਡਮ ਕਰਾਏ ਹੈ, ਰਾਇਸ਼ੁਮਾਰੀ ਕਰਾਈ ਹੈ। ਕੈਟਾਲੋਨੀਆ ਸਪੇਨ ਦੇ ਵਿੱਚ ਹੈ, ਉਸ ਨੇ ਰਾਇਸ਼ੁਮਾਰੀ ਕਰਾਈ ਹੈ। ਗੈਰ ਜਿਹਦਾ ਮੁਲਕ ਨਹੀਂ ਹੈ ਉਹ ਰਾਇਸ਼ੁਮਾਰੀ ਨਹੀਂ ਕਰਾ ਸਕਦਾ। ਪਰ ਉਹਨਾਂ ਨੇ ਵੀ ਨਹੀਂ ਸੁਣੀ ਔਰ ਸੰਗਤ ਨੇ ਵੀ ਉਹਨਾਂ ਨੂੰ ਮਾਲਾ ਮਾਰ ਕਰਤਾ। ਅਸੀਂ ਸਿੱਖਸ ਫॉर ਜਸਟਿਸ ਨੂੰ ਕਿਹਾ ਕਿ ਜੇ ਰੈਫਰੈਂਡਮ ਨਹੀਂ ਹੁੰਦਾ, ਤੁਸੀਂ ਖਾਲਿਸਤਾਨ ਮੰਗਦੇ ਹੋ, ਪੰਜਾਬ ਮੰਗਦੇ ਹੋ। ਸਾਡੀ ਪਾਰਟੀ ਦਾ ਮੁੱਦਾ ਹਮੇਸ਼ਾ ਇਲੈਕਸ਼ਨਾਂ 'ਚ ਖਾਲਿਸਤਾਨ ਹੁੰਦਾ। ਜੇ ਤੁਸੀਂ ਸਾਡੀ ਇਮਦਾਦ ਕਰ ਦੋਗੇ ਤੇ ਸਿੱਖ ਕੌਮ ਆਪਣੀ ਵੋਟ ਸਾਡੀ ਪਾਰਟੀ ਨੂੰ ਖਾਲਿਸਤਾਨ ਦੇ ਮੁੱਦੇ ਤੇ ਪਾ ਦੇਣਗੇ, ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਜੂਗਾ ਕਿ ਸਿੱਖ ਕੀ ਚਾਹੁੰਦੇ ਹੈ, ਕੀ ਨਹੀਂ ਚਾਹੁੰਦੇ। ਪਰ ਨਾ ਉਹਨਾਂ ਨੂੰ ਸਮਝ ਆਈ, ਨਾ ਸਾਡੀ ਸੰਗਤ ਨੂੰ ਸਮਝ ਆਈ। 1978 ਦੇ ਵਿੱਚ ਨਿਰੰਕਾਰੀ ਬਾਬੇ ਨੇ, ਗੁਰਬਚਨੇ ਨੇ 13 ਸਿੱਖ ਅੰਮ੍ਰਿਤਸਰ ਦੇ ਵਿੱਚ ਸ਼ਹੀਦ ਕਰਤੇ। ਜ਼ਿਆਦਾ ਉਹਨਾਂ ਦੇ ਵਿੱਚ ਯੋਧੇ ਤੇ ਸ਼ਹੀਦ ਸੀ ਸਾਡੇ ਬੱਬਰ ਸਿੱਖ। ਪਰ ਫਿਰ ਇਹ ਸਾਰੀਆਂ ਗੱਲਾਂ ਸ਼ਹੀਦੀਆਂ ਭੁੱਲ ਕੇ ਪਿਛਲੇ 3-4 ਸਾਲਾਂ 'ਚ ਜਿਹੜੀ ਸੰਸਥਾ ਬੱਬਰਾਂ ਦੀ ਹੈ, ਕੀਰਤਨੀਏ ਜਥੇ, ਉਹਨਾਂ ਦੇ ਜਥੇਦਾਰ RP ਸਿੰਘ ਨੇ ਜਾ ਕੇ ਦਿੱਲੀ ਦੇ ਵਿੱਚ ਕੇਜਰੀਵਾਲ ਨੂੰ ਸਰੋਪਾ ਪਾਤਾ। ਕੇਜਰੀਵਾਲ ਸਰੋਪੇ ਤੋਂ ਪਹਿਲਾਂ ਕੀ ਕਹਿੰਦਾ ਸੀ ਕਿ ਜੇ ਮੈਂ ਦਿੱਲੀ ਦੇ ਵਿੱਚ ਜਿੱਤ ਗਿਆ ਤਾਂ ਨਿਰੰਕਾਰੀ ਬਚਨੇ ਦਾ ਮੈਂ ਬੁੱਤ ਬਣਾਵਾਂਗਾ। ਹੁਣ ਜਿਹੜਾ ਬੁੱਤ ਬਣਾ ਰਿਹਾ ਹੈ, ਜਿੰਨੇ ਬੱਬਰ ਤੇ ਸਿੱਖ ਸ਼ਹੀਦ ਕੀਤੇ ਗਏ, ਉਸ ਨੂੰ ਮਤਲਬ ਕੀ ਸੀ ਕਿ ਕੀਰਤਨੀਏ ਜਥੇਦਾਰ RP ਸਿੰਘ ਨੂੰ ਜਾ ਕੇ ਸਰੋਪਾ ਪਾ ਦਿੰਦਾ। ਕੀ ਸਾਨੂੰ ਸਿੱਖਾਂ ਨੂੰ ਅਕਲ ਹੈ? ਕਿੱਥੇ ਹੈ ਸਾਡੀ ਅਕਲ? 13 ਸਿੱਖ ਸ਼ਹੀਦ ਕਰਤੇ। ਮੈਨੂੰ ਮਾਝੇ ਵਾਲਿਆਂ ਨੇ ਆਪਣੀ ਨਵੀਂ ਜ਼ਿੰਦਗੀ ਬਖਸ਼ੀ। ਜਦੋਂ ਮੈਨੂੰ ਪਾਰਲੀਮੈਂਟ ਦੇ ਵਿੱਚ ਵੋਟਾਂ ਪਾ ਕੇ ਭੇਜਿਆ
नहीं तो मैनू फांसी आ जानी सी। मैं उस दिन तो तुहाडा बहुत ऋणी है, पर माਝੇ ਦਾ MP ਹੁੰਦੇ ਆ, मैं कुछ ना कुछ उत्थे सिੱਖਿਆ। उन्हां दिनां दे विच हरेक घर गरीब किसान कोई भी होवे पिंड दे विच ਉਹਦੇ ਘਰੇ ਖੋਤਾ ਹੁੰਦਾ ਸੀਗਾ। ਖੋਤਾ ਹੁੰਦਾ ਸੀ ਪੱਠੇ ਲੱਦਣ ਨੂੰ, ਹੋਰ ਘਰ ਦੇ ਸੌਦੇ ਲਿਆਉਣ ਨੂੰ। ਪਰ ਆਪਾਂ ਖੋਤੇ ਨੂੰ ਕੀ ਕਹਿੰਦੇ ਹੈ कि खोते वर्गी अकल है दी, बेवकूफ है। पर साध संगत जी, खोते वर्गा लैक मैं जानवर नहीं देखा। जेड़े खाले तो खोता कदे ठुड खा के डिग जे, फिर उहदियां अखां बन लो, उस राह फेर नहीं जाता। पर असी सिख 1943 दे विच धोखा खाधा, 1947 ਦੇ ਵਿੱਚ ਧੋਖਾ ਖਾਧਾ, 1966 ਦੇ ਵਿੱਚ ਧੋਖਾ ਖਾਧਾ, 1984 ਤੇ ਸਾਡਾ ਦੀਨ ਮਾਨ ਹਿੰਦੂਤਵਾ ਨੇ ਤੋੜਤਾ। ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ 3 ਦੁਨੀਆ ਦੀਆਂ ਫੌਜਾਂ ਲੁੱਟ ਕੇ ਲੈ ਗਈ। ਸਾਡਾ ਦਰਬਾਰ ਸਾਹਿਬ ਦਾ ਤੋਸ਼ਾਖਾਨਾ ਇਹ ਬਰਤਾਨੀਆ, ਰੂਸ ਤੇ ਇੰਡੀਆ ਦੀਆਂ ਫੌਜਾਂ ਨੇ ਲੁੱਟ ਕੇ ਲੈ ਗਏ। फिर बरगाड़ी के मसले होए, फिर आप उस राह चली जाते हैं। फिर दसो मेरा अंबरसर तरन तारण का MP बनना, ਉਹਦਾ ਜਿਹੜਾ ਤਜਰਬਾ ਦੱਸਿਆ है वो ठीक है कि नहीं है। खोते की बुद्धि तेज होंदी है, जिथों ठेडा खा जे वो रस्ते फेर नहीं जाया करता। याद रख लियो, जे किसी के घर हुण खोता खुता है उत्थे जाके वेह लियो, पर हुण मेरा ख्याल वो खोते नहीं रखते हैगे, तदे पंथ नूं हुण वोट नहीं पैंदी। क्यों करके अकल देण वाली चीज़ अज उत्थे है नहीं गी। वो भी अपने वर्गन कांग्रेस नूं, आम आदमी पार्टी नूं, BJP नूं, बादल दलियां नूं वोट पाउंदे है। तुहानूं पता है कि जिहड़ा हमला 1984 ते दरबार साहब दे उत्ते कीता, ये बादल दलियां ने आप जाके इंदिरा गांधी ते नरसिम्हा राव नूं कहा कि जिन्ना चिर संत जरनैल सिंह भिंडरांवाला जिउंदा उन्ना चिर असी तुहाडी हुकूमत पंजाब दे विच उस दी अगवाई नहीं कर सकते। तो फिर आपां उन्हां नूं वोट पा दिंदे आ। हुण दसो, फिर आपां कहंदे आ साडे मसले नहीं हल हुंदे। असी दिल्ली नूं घेरिया होया, जदों ਸਿੰਘਾਂ ने लाल किले के उत्ते निशान साहब चढ़ाता 26 जनवरी नूं, उस तो पहला 26 जनवरी नूं इंडिया के प्राइम मिनिस्टर मोदी ने अपने मुल्क का तिरंगा झंडा चढ़ाया सी 1 बजे, ते ਸਿੰਘਾਂ ने एक मां दा सीगा युवराज सिंह, उन्हें खंबे ते चढ़ के निशान साहब चढ़ाता। एक पासे तिरंगा 26 जनवरी नूं लाल किले तो चढ़िया, दूजे पासे निशान साहब लाल किले ते ਸਿੰਘਾਂ ने चढ़ाता। ते SCPC के प्रधान मिस जगीर कौर जी की कहते, वो झंडा तां चढ़िया है क्यों करके सरकार का इंतजाम है नहीं सी। तुसी दसो, उत्थे दीप सिंह सिद्धू भी सी, सारे सी जिन्हां ने इमदाद की। उन्हां दा नां नहीं, सरकार दा पक्ष
कि जे सरकार इंतजाम करदी तो उत्थे झंडा नहीं सी चढ़ सकदा, जद कि 1783 दे विच जथेदार बघेल सिंह ने जदों दिल्ली फतेह की है, पहला काम उन्होंने की किया, लाल किले के उत्ते निशान साहब चढ़ाता। ते अज लद्दाख दे विच इंडिया दीयां फौजां ने चीन दीयां फौजां के पिठ दिखाती है। फिर मजबूरन बीजेपी RSS ते मोदी नूं सिख रेजिमेंटां भेजियां। सिख रेजिमेंटां ने अपने जिहड़ी उन्हां दी रस्म है कि जदों किते जांदी है सब तो पहला निशान साहब चलते हैं, उस तो मगरों सिंह गुरु ग्रंथ साहब की सवारी चखते हैं, उस तो मगरों फौज सिखां की चलती है। जदों सिखां दीयां रेजिमेंटां लद्दाख के बॉर्डर के उत्ते पहुंचियां, निशान साहब गढ़ते ते ठंड पै गई। चीन 1 इंच उस बाद अगे नहीं वधिया। तो साध संगत जी, ये शर्म की गल है, ये डर की गल है कि निशान साहब नित आप अरदास दे विच करते हैं, झंडे बूंगे जुग जुग टल। जिहड़े गुरुद्वारे पाकिस्तान दे विच रह गए है, उन्हां दे दर्शन दीदार कोई भाई कोई जथेदार जो अरदास दे विच 2 वारी आपां अरदास करते हैं, कोई साडे अगे कोई गल करदा है कि असी शेरां दे पुत्त है, असी जिधर मर्जी जाइए पाकिस्तान के गुरुद्वारे उन्हां दी सेवा सानू मिले नहीं। हुण तुसी देखियो कई गुरुद्वारियां हिंदुत्व का राज एडा तकड़ा फैल गया कि मैं देखदा कि जिहड़े भाई साहब अरदास करते हैं, वो अरदास तो मगरों दोहरा नहीं पढ़ते। क्यों करके दोहरे दे विच है राज करेगा खालसा। दसो जे साडे लीडरां दे विच पिद्दड़ पै बोली पई है ते आपां इन्हां दे पिछे लगे होए हैं ते आपां नूं की हासिल होऊगा। हुण आखिरी मैं दसना चाहुंदा कि जे पंजाब ते इंडिया दी सरकार ने बरगाड़ी मोर्चे दे विच जो गुरु ग्रंथ साहब दीयां बदबियां होईयां, 2 सिखां नूं शहीद करता, जे 30 दिनां दे अंदर अंदर फैसला ना किया तो श्रोमणी अकाली दल अंबरसर हुण आखिरी मोर्चा लाऊगी। 1 जून नूं 1 जुलाई नूं ये मोर्चे नहीं होने 1947 के 66 के ये संत जरनैल सिंह भिंडरांवाले वर्गा मोर्चा लगू जिहड़ा टुट नहीं सकूगा। ते साडी मंग है कि बादल शादल सैनी सुखबीर सिंह इन्हां दी गिरफ्तारी होवे और इन्हां नूं हुकूमत सिख कौम दे अगे हाज़र करे। असी इहदे वचनबंद है ते अपना वचन वधावांगे ते तुहाडा मैनूं साथ चाहीदा। कोविड की बीमारी है, असी कोई इकट्ठ नहीं करते, सिर्फ सारे जिलियां तो 11-11 सिंह जिथे मोर्चा लगूगा उत्थे तुसी ग्रंथ साहब के दर्शन करन आ जाया करो। शाम नूं तुहाडी रवानगी होगी। अगले दिन फिर सिर्फ 11 सिंह
ਉਹਨਾਂ ਵਿੱਚ ਬੀਬੀਆਂ ਵੀ ਸ਼ਾਮਲ ਹੋਣਗੀਆਂ। ਇਹ ਸਾਡੀ ਪਾਰਟੀ ਤੋਂ ਉੱਥੋਂ ਜ਼ਿਆਦਾ ਨਹੀਂ ਮੰਗ ਰਹੀ। ਸਾਡੀ ਅਣਖ ਦਾ ਸਵਾਲ ਹੈ। ਅਸੀਂ ਸਿੱਖਾਂ ਦੇ ਬੱਚੇ ਜੰਮੇ ਹੈ, ਸ਼ੇਰਾਂ ਦੇ ਬੱਚੇ ਹੈ। ਸਾਡੇ ਨਾਂ ਦੇ ਥੱਲੇ ਸਿੰਘ ਲੱਗਦਾ। ਸਿੰਘ ਦਾ ਮਤਲਬ ਹੈ ਸ਼ੇਰ। ਤੇ ਆਓ ਹੁਣ ਗੱਜੀਏ, ਤਕੜੇ ਹੋ ਕੇ ਆਖਰੀ ਵਾਰ ਇਸ ਸਰਕਾਰ ਨੂੰ ਦੱਸੀਏ ਕਿ ਅਸੀਂ 10 ਗੁਰੂਆਂ ਦੇ, ਗੁਰੂ ਗ੍ਰੰਥ ਸਾਹਿਬ ਦੇ ਬੱਚੇ ਹੈ ਤੇ ਇਹਨਾਂ ਦੇ ਹੁਕਮ ਦੇ ਉੱਤੇ ਚੱਲਦੇ ਹੋਏ ਅਸੀਂ ਆਪਣੇ ਹੱਕ ਲੈਣੇ ਹੈ। ਇਹਨਾਂ ਸ਼ਬਦਾਂ ਤੋਂ ਆਪ ਤੋਂ ਇਜਾਜ਼ਤ ਮੰਗਦਾ ਹੈ। ਸਰਦਾਰ ਗੁਰਦੀਪ ਸਿੰਘ ਤੇ ਸਾਰੇ ਜਥੇਬੰਦੀਆਂ ਸਾਡੇ ਨਾਲ ਨੇ। ਇਹ ਅਸੀਂ ਸਾਰੇ ਇਕੱਠੇ ਹੋ ਕੇ ਇਹ ਮੋਰਚਾ ਲਾਉਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਤਾਕਤ ਬਖਸ਼ਣ ਤੇ ਸੰਗਤ ਸਾਡੇ ਸਿਰ ਦੇ ਉੱਤੇ ਹੱਥ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।